ਮਹਾਰਾਜਾ ਰਣਜੀਤ ਸਿੰਘ ਦੇ ਕੋਈ 20 ਕੁ ਰਾਣੀਆਂ ਸਨ। ਉਸ ਦੀ ਪਹਿਲੀ ਸ਼ਾਦੀ 1796 ਵਿੱਚ ਮਹਿਤਾਬ ਕੌਰ ਨਾਲ ਹੁੰਦੀ ਹੈ ਔਰ ਰਾਣੀ ਜਿੰਦ ਕੌਰ ਉਸ ਦੀ ਸਭ ਤੋਂ ਛੋਟੀ ਰਾਣੀ ਸੀ, ਜਿਸ ਨਾਲ ਉਸ ਦਾ ਵਿਆਹ 1835 ਵਿੱਚ ਹੁੰਦਾ ਹੈ। ਰਾਣੀ ਜਿੰਦ ਕੌਰ ਜਾਤ ਦੀ ਜੱਟੀ ਔਰ ਗੋਤ ਦੀ ਔਲਖ ਸੀ। ਉਸ ਦਾ ਵੱਡਾ ਭਰਾ ਜਵਾਹਰ ਸਿੰਘ ਸੀ। ਰਾਣੀ ਦਾ ਰਾਜੇ ਨਾਲ ਵਿਆਹ ਤੀਰ ਅਤੇ ਤਲਵਾਰ ਨਾਲ ਹੋਇਆ ਸੀ। ਰਾਜਾ ਖੁਦ ਰਾਣੀ ਜਿੰਦ ਕੌਰ ਨੂੰ ਵਿਆਹੁਣ ਨਹੀਂ ਗਿਆ ਸੀ। ਉਸ ਵੇਲੇ ਰਾਣੀ ਦੀ ਉਮਰ 18 ਸਾਲ ਔਰ ਰਣਜੀਤ ਸਿੰਘ ਦੀ ਉਮਰ 55 ਸਾਲ ਸੀ। ਤਿੰਨ ਜਾਨਸ਼ੀਨਾਂ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦਾਂ 26 ਸਾਲ ਦੀ ਉਮਰ ਵਿੱਚ ਸੰਨ 1843 ਵਿੱਚ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤ ਬਣਦੀ ਹੈ ਔਰ ਅੰਗਰੇਜ਼ਾਂ ਤੋਂ ਹਾਰ ਜਾਣ ਤੋਂ ਬਾਅਦ ਦਸੰਬਰ 1846 ਵਿੱਚ ਉਸ ਨੂੰ ਸਰਪ੍ਰਸਤੀ ਤੋਂ ਲਾਹ ਕੇ ਕੈਦ ਕਰ ਲਿਆ ਜਾਂਦਾ ਹੈ। ਉਸ ਵੇਲੇ ਰਾਣੀ ਜਿੰਦਾਂ ਦੀ ਉਮਰ 29 ਸਾਲ ਸੀ। ਪਹਿਲਾਂ ਉਹਨੂੰ ਪੰਜਾਬ ਦੇ ਵਿੱਚ ਹੀ ਕੈਦ ਕੀਤਾ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਸ ਨੂੰ ਜਲਾਵਤਨ ਕਰਕੇ ਵਾਰਾਣਸੀ ਤੋਂ 45 ਕਿਲੋਮੀਟਰ ਦੂਰ ਚੁਨਾਰ ਦੇ ਕਿਲੇ ਵਿੱਚ ਰੱਖਿਆ ਜਾਂਦਾ ਹੈ। ਕੁਝ ਦੇਰ ਚੁਨਾਰ ਦੇ ਕਿਲੇ ਵਿੱਚ ਕੈਦ ਰਹਿਣ ਤੋਂ ਬਾਅਦ ਉਹ ਕਿਵੇਂ ਨਾ ਕਿਵੇਂ ਕਿਸੇ ਨੌਕਰਾਣੀ ਦੇ ਭੇਸ ਵਿੱਚ ਕਿਲੇ ਚੋਂ ਨਿਕਲ ਜਾਂਦੀ ਹੈ ਔਰ ਨੇਪਾਲ ਦੇ ਰਸਤੇ ਨੂੰ ਪੈਂਦੀ ਹੈ। ਅਪ੍ਰੈਲ 1849 ਵਿੱਚ ਉਹ ਕਾਠਮੰਡੂ ਪਹੁੰਚਦੀ ਹੈ, ਜਿੱਥੇ ਨੇਪਾਲ ਦੇ ਰਾਜੇ ਨਾਲ ਸੰਪਰਕ ਕਰਨ ਤੋਂ ਬਾਅਦ ਉਹ ਉਸ ਦੇ ਮਹਿਲਾਂ ਵਿੱਚ ਰਹਿੰਦੀ ਹੈ। ਰਾਜਾ ਉਸ ਨੂੰ ਸ਼ਾਹੀ ਘਰਾਣੇ ਦੀ ਔਰਤ ਸਮਝ ਕੇ ਸ਼ਰਨ ਦਿੰਦਾ ਹੈ ਔਰ ਉਹ 11 ਸਾਲ ਨੇਪਾਲ ਦੇ ਵਿੱਚ ਗੁਜ਼ਾਰਦੀ ਹੈ। ਔਰ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਬਾਰੇ, ਆਪਣੀ ਮਾਂ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਹਦੇ ਨਾਲ ਕਈ ਵਾਰ ਸੰਪਰਕ ਕਰਨ ਤੋਂ ਬਾਅਦ ਕੋਈ 13.5 ਸਾਲ ਬਾਅਦ ਸੰਨ 1861 ਵਿੱਚ ਇੱਕ ਦੂਜੇ ਨੂੰ ਮਿਲਦੇ ਹਨ। ਉਸ ਵੇਲੇ ਰਾਣੀ ਦੀ ਉਮਰ 44 ਸਾਲ ਦੀ ਹੁੰਦੀ ਹੈ। ਫਿਰ ਰਾਣੀ ਇੰਗਲੈਂਡ ਚਲੀ ਜਾਂਦੀ ਹੈ ਔਰ 1863 ਵਿੱਚ ਉਸ ਦੀ ਮੌਤ ਹੋ ਜਾਂਦੀ ਹੈ, ਪਰ ਉਸ ਦਾ ਸੰਸਕਾਰ ਸਿੱਖ ਰੀਤਾਂ ਅਨੁਸਾਰ ਲੰਡਨ ਦੇ ਵਿੱਚ ਨਹੀਂ ਹੋ ਸਕਦਾ। ਸੋ ਇੱਕ ਤਰ੍ਹਾਂ ਨਾਲ ਉਹਨੂੰ ਆਰਜ਼ੀ ਤੌਰ 'ਤੇ ਉਹਦਾ ਲੰਡਨ ਦੇ ਵਿੱਚ ਸੰਸਕਾਰ ਹੁੰਦਾ ਹੈ ਅਤੇ ਦੂਜਾ ਸੰਸਕਾਰ ਉਹਦਾ ਹਿੰਦੁਸਤਾਨ ਦੇ ਵਿੱਚ ਹੁੰਦਾ ਹੈ ਔਰ ਨਾਸਿਕ ਦੇ ਨੇੜੇ ਗੋਦਾਵਰੀ ਨਦੀ ਦੇ ਵਿੱਚ ਉਹਦੀ ਸੁਆਹ ਹੈ ਜਿਹੜੀ ਉਹ ਤਾਰੀ ਜਾਂਦੀ ਹੈ। ਔਰ ਰਾਣੀ ਦਾ ਤੀਜਾ ਸੰਸਕਾਰ, ਜਾਂ ਕਹਿ ਲਓ ਕਿ ਉਹਦੀਆਂ ਅਸਥੀਆਂ ਉਹਦੀ ਬੇਟੀ ਲਾਹੌਰ ਲੈ ਕੇ ਆਉਂਦੀ ਹੈ ਔਰ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਨਾਲ ਹੀ ਰਾਣੀ ਦੀ ਯਾਦ ਬਣਾਈ ਜਾਂਦੀ ਹੈ। ਸੋ ਇਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਲੰਡਨ ਹੀ ਰਹਿੰਦਾ ਹੈ, ਪਰ ਰਾਣੀ ਦਾ ਬੜਾ ਦਰਦਨਾਕ ਅੰਤ ਹੈ ਜਿਹੜਾ ਉਹ ਹੁੰਦਾ ਹੈ। ਉਧਰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਜਲਾਵਤਨ ਕਰ ਦਿੰਦੇ ਹਨ। ਉਸ ਨੂੰ ਇੰਗਲੈਂਡ ਲਈ ਦੇਸ਼ ਨਿਕਾਲਾ 1854 ਵਿੱਚ ਦਿੱਤਾ ਜਾਂਦਾ ਹੈ ਔਰ ਉਹ ਰਾਣੀ ਨੂੰ ਵੀ ਮਿਲਦਾ ਹੈ, ਇੰਗਲੈਂਡ ਦੀ ਰਾਣੀ ਨੂੰ, ਜਿੱਥੇ ਜੂਨ 1861 ਵਿੱਚ ਉਸ ਨੂੰ ਨਾਈਟ ਆਫ UK ਦਾ ਅਵਾਰਡ ਦਿੱਤਾ ਜਾਂਦਾ ਹੈ ਔਰ ਇਸੇ ਤਰ੍ਹਾਂ ਦਾ ਆਰਡਰ ਆਫ ਦਾ ਸਟਾਰ ਆਫ ਇੰਡੀਆ ਦਾ ਖਿਤਾਬ ਵੀ ਦਲੀਪ ਸਿੰਘ ਨੂੰ ਦਿੱਤਾ ਜਾਂਦਾ ਹੈ ਔਰ ਉੱਥੇ ਹੀ ਉਹ ਇੱਕ ਈਸਾਈ ਔਰਤ ਨਾਲ ਵਿਆਹ ਕਰਵਾ ਲੈਂਦਾ ਹੈ
ਔਰ ਉਸ ਦੇ 8 ਬੱਚੇ ਹੁੰਦੇ ਹਨ। ਉਹ ਭਾਰਤ ਆਉਣਾ ਚਾਹੁੰਦਾ ਹੈ, ਪਰ ਉਸ ਨੂੰ ਪੰਜਾਬ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਔਰ ਆਪਣੀ ਪਹਿਲੀ ਭਾਰਤ ਫੇਰੀ ਉਹਦੀ 1860 ਵਿੱਚ ਆਪਣੀ ਮਾਤਾ ਜਿੰਦ ਕੌਰ ਨੂੰ ਲਿਆਉਣ ਲਈ ਹੁੰਦੀ ਹੈ ਔਰ 1863 ਵਿੱਚ ਉਹਦੀ ਦੂਜੀ ਫੇਰੀ ਆਪਣੀ ਮਾਤਾ ਦੇ ਸੰਸਕਾਰ ਕਰਨ ਲਈ ਹੁੰਦੀ ਹੈ। ਪਰ ਜ਼ਿਕਰਯੋਗ ਹੈ ਕਿ ਦਲੀਪ ਸਿੰਘ ਇੱਕ ਵਾਰ ਦੇਸ਼ ਨਿਕਾਲੇ ਤੋਂ ਬਾਅਦ ਮੁੜ ਪੰਜਾਬ ਆਉਣ ਦੀ ਆਗਿਆ ਪ੍ਰਾਪਤ ਨਹੀਂ ਕਰ ਸਕਦਾ। ਮਹਾਰਾਜਾ ਰਣਜੀਤ ਸਿੰਘ ਦਾ ਇਹ ਪੁੱਤਰ 1893 ਵਿੱਚ 55 ਸਾਲ ਦੀ ਉਮਰ ਦੇ ਵਿੱਚ ਪੂਰਾ ਹੁੰਦਾ ਹੈ। ਉਸ ਦੇ 2 ਪੁੱਤਰਾਂ ਵਿੱਚੋਂ ਇੱਕ ਪੁੱਤਰ ਜੋ ਜਿਸ ਦਾ ਨਾਮ ਵਿਕਟਰ ਦਲੀਪ ਸਿੰਘ ਸੀ, ਉਸ ਦੇ ਨਾਲ ਉਹ ਵਧੀਆ ਸੰਬੰਧ ਨਹੀਂ ਸੀ ਔਰ ਉਹ ਆਪਣੀ ਮਰਜ਼ੀ ਨਾਲ ਉਸਨੇ ਵਿਆਹ ਕਰਾਇਆ ਸੀ, ਜਿਸ ਦੀ ਸ਼ਾਦੀ ਦੇ ਵਿੱਚ ਦਲੀਪ ਸਿੰਘ ਹਾਜ਼ਰ ਵੀ ਨਹੀਂ ਹੋਇਆ ਸੀ। ਉਸ ਦਾ ਦੂਸਰਾ ਪੁੱਤਰ ਅਲਬਰਟ ਐਡਵਰਡ ਦਲੀਪ ਸਿੰਘ ਬਹੁਤ ਵਧੀਆ ਪੁੱਤਰ ਸਾਬਤ ਹੋਇਆ ਔਰ ਉਸ ਦਾ ਤੀਜਾ ਪੁੱਤਰ ਪ੍ਰਿੰਸ ਫਰੈਡਰਿਕ ਦਲੀਪ ਸਿੰਘ ਨੇ ਕੈਂਬਰਿਜ ਯੂਨੀਵਰਸਿਟੀ ਤੋਂ MA ਹਿਸਟਰੀ ਕੀਤੀ। ਉਹ ਸਾਰੀ ਉਮਰ ਅਣਵਿਆਹੀ ਰਿਹਾ। ਉਸ ਦੀ ਪਹਿਲੀ ਕੁੜੀ ਕੈਥਰੀਨ ਨੇ ਵੀ ਵਿਆਹ ਨਹੀਂ ਕਰਵਾਇਆ ਸੀ ਤੇ ਉਸ ਦੀ ਦੂਸਰੀ ਕੁੜੀ ਸੋਫੀਆ ਦਲੀਪ ਸਿੰਘ ਔਰ ਇਸੇ ਤਰ੍ਹਾਂ ਉਹਦੀਆਂ ਹੋਰ ਕੁੜੀਆਂ ਵੀ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਦੇ ਵਿੱਚ ਬਾਂਬਾ ਦਲੀਪ ਸਿੰਘ ਦਾ ਨਾਮ ਮਸ਼ਹੂਰ ਹੈ। ਬਾਂਬਾ ਦਲੀਪ ਸਿੰਘ ਦੀ ਮੌਤ 10 ਮਾਰਚ 1957 ਨੂੰ ਲਾਹੌਰ ਵਿਖੇ ਹੋਈ। ਉਸ ਦਾ ਪਤੀ ਮੈਡੀਕਲ ਕਾਲਜ ਲਾਹੌਰ ਦਾ ਪ੍ਰਿੰਸੀਪਲ ਵੀ ਰਿਹਾ ਤੇ ਉਸ ਦੀ ਇੱਕ ਹੋਰ ਬੇਟੀ ਸੋਫੀਆ ਨੇ ਵੀ ਸ਼ਾਦੀ ਨਹੀਂ ਕੀਤੀ, ਉਹ ਵੀ ਜਰਮਨ ਦੇ ਵਿੱਚ ਹੀ ਰਹੀ। ਇਹ ਵੀ ਬੜੀ ਦਿਲਚਸਪ ਗੱਲ ਹੈ ਕਿ ਦਲੀਪ ਸਿੰਘ ਨੂੰ ਇੰਗਲੈਂਡ ਦੇ ਵਿੱਚ ਬਲੈਕ ਪ੍ਰਿੰਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹ ਇੰਗਲੈਂਡ ਦੀ ਮਹਾਰਾਣੀ ਦੇ ਘਰ ਵੀ ਜਾਂਦਾ ਰਹਿੰਦਾ ਸੀ। ਪਹਿਲੀ ਵਾਰ ਉਹ ਮਹਾਰਾਣੀ ਦੇ ਘਰ 1 ਜੁਲਾਈ 1854 ਦੇ ਵਿੱਚ ਗਿਆ ਸੀ। ਉਹਦੇ ਚੇਤਿਆਂ ਵਿੱਚ ਪੰਜਾਬ ਵਸਦਾ ਰਿਹਾ, ਪਰ ਉਸ ਨੂੰ ਕਦੇ ਵੀ ਪੰਜਾਬ ਜਾਣ ਦੀ ਆਗਿਆ ਨਾ ਮਿਲੀ, ਜਿਹਦੇ ਕਰਕੇ ਉਹ ਬਰਤਾਨੀਆ ਸਰਕਾਰ ਨਾਲ ਗੁੱਸੇ ਰਿਹਾ ਔਰ ਇਸੇ ਗੁੱਸੇ ਦੇ ਵਿੱਚ ਉਹਨੇ ਆਪਣੀ ਪੈਨਸ਼ਨ ਲੈਣੀ ਵੀ ਬੰਦ ਕਰ ਦਿੱਤੀ ਸੀ ਤੇ ਫਰਾਂਸ ਚਲਾ ਗਿਆ ਸੀ। ਫਰਾਂਸ ਵਿੱਚੋਂ ਇੱਕ ਰੈਵੋਲੂਸ਼ਨਰੀ ਗਰੁੱਪ ਨੂੰ ਵੀ ਉਸਨੇ ਜੁਆਇਨ ਕਰ ਲਿਆ ਸੀ। ਉਸਨੇ ਕਈ ਕੋਸ਼ਿਸ਼ਾਂ ਕੀਤੀਆਂ ਕਿ ਮੈਂ ਪੰਜਾਬ ਜਾ ਕੇ ਪੰਜਾਬੀਆਂ ਨੂੰ ਔਰ ਸਿੱਖ ਸ਼ਕਤੀ ਨੂੰ ਇਕੱਠਿਆ ਕਰਾਂ। ਇਸ ਕੋਸ਼ਿਸ਼ ਦੇ ਵਿੱਚ ਉਹ ਰੂਸ ਵਿੱਚ ਵੀ ਗਿਆ ਔਰ ਰੂਸ ਦੇ ਉਸ ਵੇਲੇ ਦੇ ਹਾਕਮ ਜ਼ਾਰ ਨੂੰ ਵੀ ਮਿਲਿਆ, ਪਰ ਉਹਦਾ ਕੁਝ ਨਾ ਬਣ ਸਕਿਆ। ਇਸ ਉਦਾਸੀ, ਨਿਰਾਸ਼ ਅਤੇ ਵਿਸ਼ਾਦ ਵਿੱਚ ਉਹ ਪੈਰਿਸ ਦੇ ਇੱਕ ਹੋਟਲ ਦੇ ਵਿੱਚ ਪੂਰਾ ਹੋ ਗਿਆ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਇਹ ਪੁੱਤਰ ਵਿਦੇਸ਼ਾਂ ਦੇ ਵਿੱਚ ਆਖਰੀ ਸਾਹ ਲੈ ਕੇ ਸਿੱਖ ਰਾਜ ਦੇ ਸੁਪਨੇ ਨੂੰ ਵਿੱਚੇ ਛੱਡ ਕੇ ਖਤਮ ਹੋ ਗਿਆ ਔਰ ਭਾਵੇਂ ਉਹਦੀਆਂ ਕੁੜੀਆਂ ਨੇ ਬਾਅਦ ਵਿੱਚ ਲਾਹੌਰ ਵਿਖੇ ਆ ਕੇ ਸਿੱਖ ਰਾਜ ਦੀਆਂ ਯਾਦਾਂ ਨੂੰ ਦੁਬਾਰਾ ਸਮਝਣ ਦੀ ਔਰ ਉਹਨਾਂ ਨੂੰ ਲਿਵ ਕਰਨ ਦੀ ਕੋਸ਼ਿਸ਼ ਕੀਤੀ, ਪਰ
ਅਖੀਰ ਇਹ ਸਾਰੀ ਕਹਾਣੀ ਉਸ ਵੇਲੇ ਤੱਕ ਖਤਮ ਹੋ ਚੁੱਕੀ ਸੀ। ਔਰ ਇਹ ਵੀ ਬੜੀ ਦਿਲਚਸਪ ਗੱਲ ਹੈ ਕਿ ਰਾਣੀ ਦਲੀਪ ਕੌਰ ਦੀ ਲਿਖੀ ਇੱਕ ਧਾਰਮਿਕ ਪੁਸਤਕ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ ਪਈ ਹੈ। ਉਸ ਦਾ ਸ਼ੈਲਫ ਮਾਰਕ MSPANG D4 ਹੈ ਔਰ ਇਸ ਦਾ ਕਾਪੀਰਾਈਟ ਵੀ ਬ੍ਰਿਟਿਸ਼ ਲਾਇਬ੍ਰੇਰੀ ਦੇ ਕੋਲ ਹੈ। ਮਹਾਰਾਜਾ ਰਣਜੀਤ ਸਿੰਘ ਬਾਰੇ, ਦਲੀਪ ਸਿੰਘ ਬਾਰੇ, ਰਾਣੀ ਜਿੰਦ ਕੌਰ ਬਾਰੇ ਬਹੁਤ ਕੁਝ ਲਿਖਿਆ। ਇਤਿਹਾਸਕਾਰਾਂ ਨੇ ਲਿਖਿਆ, ਸਾਹਿਤਕਾਰਾਂ ਨੇ ਕਿਤਾਬਾਂ ਲਿਖੀਆਂ, ਨਾਵਲ ਲਿਖੇ, ਕਹਾਣੀਆਂ ਲਿਖੀਆਂ, ਲੇਖ ਲਿਖਿਆ ਔਰ ਇਹ ਸਾਰਾ ਕੁਝ ਆਪਾਂ ਜੰਗਨਾਮਾ ਸ਼ਾਹ ਮੁਹੰਮਦ ਦੇ ਪ੍ਰਸੰਗ ਦੇ ਵਿੱਚ ਗੱਲ ਕਰ ਰਹੇ ਹਾਂ। ਅੱਜ ਲਈ ਸਿਰਫ ਇੰਨਾ ਹੀ। ਬਹੁਤ ਬਹੁਤ ਧੰਨਵਾਦ।